ਇੱਥੇ ਸਾਨੂੰ ਇੱਕ ਫਿਗਰ ਦਿੱਤੀ ਹੋਈ ਹੈ ਜਿਸ ਵਿੱਚ ਦਿੱਤਾ ਹੋਇਆ ਹੈ ਕਿ ਚਤੁਰਭੁਜ ABCD ਇੱਕ ਵਰਗ ਹੈ। ਇੱਥੇ ਚਤੁਰਭੁਜ ABCD ਇੱਕ ਵਰਗ ਹੈ ਅਤੇ ਅਸੀਂ ਜਾਣਦੇ ਹਾਂ ਕਿ ਵਰਗ ਦੀਆਂ ਚਾਰੇ ਭੁਜਾਵਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੁੰਦੀ ਹੈ ਅਤੇ ਇਸ ਦੇ ਚਾਰੇ ਕੋਣਾਂ ਦਾ ਮਾਪ 90 ਡਿਗਰੀ ਦੇ ਬਰਾਬਰ ਹੁੰਦਾ ਹੈ। ਅੱਗੇ ਸਾਨੂੰ ਦਿੱਤਾ ਗਿਆ ਹੈ ਕਿ ਰੇਖਾਖੰਡ FG ਰੇਖਾਖੰਡ BC ਦਾ ਲੰਬ ਸਮਦੋਭਾਜਕ ਹੈ। ਹੁਣ ਇੱਥੇ ਸਾਡੇ ਕੋਲ ਰੇਖਾਖੰਡ ਹੈ FG ਜੋ ਕਿ ਰੇਖਾਖੰਡ BC ਦਾ ਲੰਬ ਸਮਦੋਭਾਜਕ ਹੈ। ਹੁਣ ਇੱਥੇ ਪਹਿਲੇ ਹੀ ਨਿਸ਼ਾਨ ਲਗਾਇਆ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਆਪਸ ਵਿੱਚ ਲੰਬ ਹਨ, ਪਰ ਨਾਲ ਹੀ ਸਾਨੂੰ ਦਿੱਤਾ ਗਿਆ ਹੈ ਕਿ ਇਸ ਦਾ ਸਮਦੋਭਾਜਕ ਵੀ ਹੈ। ਇਸ ਤੋਂ ਭਾਵ ਕਿ BG ਦੀ ਲੰਬਾਈ ਬਰਾਬਰ ਹੈ GC ਦੇ। ਅੱਗੇ ਸਾਨੂੰ ਦਿੱਤਾ ਗਿਆ ਹੈ ਕਿ ਚਾਪ AC ਚੱਕਰ B ਦਾ ਹਿੱਸਾ ਹੈ। ਹੁਣ ਚੱਕਰ B ਤੋਂ ਭਾਵ ਕਿ ਸਾਡੇ ਕੋਲ ਇੱਕ ਚੱਕਰ ਹੈ ਜਿਸ ਦਾ ਕੇਂਦਰ ਬਿੰਦੂ B ਹੈ। ਹੁਣ ਇਹ ਬਿੰਦੂ ਹੈ ਜੋ ਚੱਕਰ ਦਾ ਕੇਂਦਰ ਹੈ ਅਤੇ ਸਾਡੇ ਕੋਲ ਚਾਪ ਦਿੱਤੀ ਹੋਈ ਹੈ AC। ਹੁਣ AC ਇਸ ਚੱਕਰ ਦੀ ਚਾਪ ਹੈ ਅਤੇ B ਇਸ ਦਾ ਕੇਂਦਰ ਹੈ। ਇਸ ਤੋਂ ਭਾਵ ਇਹ ਹੋਇਆ ਕਿ EB ਇਸ ਚੱਕਰ ਦਾ ਅਰਧ ਵਿਆਸ ਹੈ। ਅਤੇ ਅੱਗੇ ਸਾਨੂੰ ਇੱਥੇ ਪੁੱਛਿਆ ਗਿਆ ਹੈ ਕਿ ਕੋਣ BED ਦਾ ਮਾਪ ਪਤਾ ਕਰੋ। ਹੁਣ ਇੱਥੇ ਅਸੀਂ ਕੋਣ BED ਹੁਣ ਇੱਥੇ ਅਸੀਂ ਇਸ ਕੋਣ ਦਾ ਮਾਪ ਪਤਾ ਕਰਨਾ ਹੈ। ਹੁਣ ਹਰ ਵਾਰ ਦੀ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਸ ਕੋਣ ਦਾ ਮਾਪ ਪਤਾ ਕਰਨ ਦੀ ਕੋਸ਼ਿਸ਼ ਕਰੋ। ਪਰ ਇੱਥੇ ਮੈਂ ਤੁਹਾਨੂੰ ਨਾਲ ਹੀ ਹਿੰਟ ਦੇ ਦਿੰਦਾ ਹਾਂ ਕਿ ਇੱਥੇ ਤੁਸੀਂ ਇੱਕ ਰੇਖਾਖੰਡ ਖਿੱਚ ਕੇ ਤਿਕੋਣਾਂ ਦੀ ਰਚਨਾ ਕਰਨੀ ਹੈ। ਹੁਣ ਉਹ ਰੇਖਾਖੰਡ ਜੋ ਇਸ ਕੋਣ ਨੂੰ ਦੋ ਹਿੱਸਿਆਂ 'ਚ ਵੰਡ ਦੇਵੇਗਾ ਅਤੇ ਫਿਰ ਤਿਕੋਣ ਦੇ ਗੁਣਾਂ ਦੀ ਵਰਤੋਂ ਕਰਕੇ ਉਸ ਦੇ ਕੋਣਾਂ ਨੂੰ ਪਤਾ ਕਰ ਲੈਣਾ ਹੈ ਅਤੇ ਫਿਰ ਉਹਨਾਂ ਕੋਣਾਂ ਨੂੰ ਜੋੜ ਕੇ ਇਸ ਪੂਰੇ ਕੋਣ ਦਾ ਮਾਪ ਪਤਾ ਕਰ ਲੈਣਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ। ਹੁਣ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਓ ਪਹਿਲਾਂ ਇਸ ਫਿਗਰ ਨੂੰ ਸਮਝ ਲੈਂਦੇ ਹਾਂ। ਹੁਣ ਇੱਥੇ ਸਾਨੂੰ ਦਿੱਤਾ ਹੋਇਆ ਹੈ ਕਿ AC ਚੱਕਰ ਦੀ ਚਾਪ ਹੈ ਅਤੇ B ਇਸ ਦਾ ਕੇਂਦਰ ਹੈ। ਤਾਂ ਇਸ ਤੋਂ ਭਾਵ ਜਿੱਦਾਂ ਪਹਿਲਾਂ ਦੱਸਿਆ ਸੀ ਕਿ EB ਇਸ ਚੱਕਰ ਦਾ ਅਰਧ ਵਿਆਸ ਹੈ, ਜਾਂ ਕਹਿ ਲਓ ਕਿ BE ਇਸ ਚੱਕਰ ਦਾ ਅਰਧ ਵਿਆਸ ਹੈ। ਇਸੇ ਤਰ੍ਹਾਂ ਹੀ BA ਇਸ ਚੱਕਰ ਦਾ ਅਰਧ ਵਿਆਸ ਹੈ ਅਤੇ BC ਵੀ ਇਸ ਚੱਕਰ ਦਾ ਅਰਧ ਵਿਆਸ ਹੈ। ਅਤੇ ਅਸੀਂ ਨਾਲ ਇਹ ਵੀ ਜਾਣਦੇ ਹਾਂ ਕਿ ਸਾਰੇ ਅਰਧ ਵਿਆਸ ਦੀ ਲੰਬਾਈ ਆਪਸ 'ਚ ਬਰਾਬਰ ਹੁੰਦੀ ਹੈ। ਹੁਣ ਅੱਗੇ ਜਿਵੇਂ ਪਹਿਲਾਂ ਕਿਹਾ ਸੀ ਕਿ ਇੱਥੇ ਅਸੀਂ ਇੱਕ ਰੇਖਾਖੰਡ ਖਿੱਚਾਂਗੇ ਜਿਸ ਦੇ ਨਾਲ ਕਿ ਤਿਕੋਣਾਂ ਦੀ ਰਚਨਾ ਹੋ ਜਾਵੇਗੀ। ਹੁਣ ਇੱਥੇ ਅਸੀਂ ਬਿੰਦੂ E ਨੂੰ ਬਿੰਦੂ C ਨਾਲ ਮਿਲਾ ਲੈਂਦੇ ਹਾਂ। ਬਿੰਦੂ E ਨੂੰ ਬਿੰਦੂ C ਨਾਲ ਮਿਲਾ ਲੈਂਦੇ ਹਾਂ। ਇਸ ਤਰ੍ਹਾਂ ਦੋ ਤਿਕੋਣਾਂ ਦੀ ਰਚਨਾ ਹੋ ਗਈ ਹੈ। ਹੁਣ ਆਓ ਦੇਖਦੇ ਹਾਂ ਕਿ ਇਹਨਾਂ ਦੋਨਾਂ ਤਿਕੋਣਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਭੁਜਾ EG ਇਹਨਾਂ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ। ਇਹ ਭੁਜਾ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਹੈ ਅਤੇ ਨਾਲ ਹੀ ਇਸ ਤਿਕੋਣ ਦਾ ਇਹ ਕੋਣ ਵੀ 90 ਡਿਗਰੀ ਹੈ ਕਿਉਂਕਿ ਭੁਜਾ FG ਰੇਖਾ BC ਤੇ ਲੰਬ ਹੈ। ਜੇਕਰ ਇੱਧਰਲੇ ਪਾਸੇ 90 ਦਾ ਕੋਣ ਹੈ ਤਾਂ ਉੱਧਰ ਵੀ 90 ਡਿਗਰੀ ਦਾ ਹੀ ਕੋਣ ਹੋਏਗਾ। ਹੁਣ ਇੱਥੋਂ ਅਸੀਂ ਦੇਖਦੇ ਹਾਂ ਕਿ ਇਸ ਤ੍ਰਿਭੁਜ ਦੀ ਭੁਜਾ ਕੋਣ ਭੁਜਾ ਅਤੇ ਇਸ ਤਿਕੋਣ ਦੀ ਭੁਜਾ ਕੋਣ ਭੁਜਾ ਇਹ ਆਪਸ 'ਚ ਬਰਾਬਰ ਹਨ। ਇਸ ਲਈ ਭੁਜਾ ਕੋਣ ਭੁਜਾ ਸਰਵੰਕ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਕ ਸਮ ਹਨ। ਤਾਂ ਹੁਣ ਇੱਥੇ ਤਿਕੋਣ EBG ਸਰਵੰਕ ਸਮ ਹੈ ਦੂਜੀ ਤਿਕੋਣ ECG ਦੇ, ਤਿਕੋਣ ECG ਦੇ ਅਤੇ ਇੱਥੇ ਸਰਵੰਕ ਸਮਤਾ ਕਸੌਟੀ ਲੱਗੀ ਹੈ SAS ਸਰਵੰਕ ਸਮਤਾ ਕਸੌਟੀ। ਅਤੇ ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾਂ ਸਰਵੰਕ ਸਮ ਹੁੰਦੀਆਂ ਹਨ ਤਾਂ ਉਹਨਾਂ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਤਾਂ ਹੁਣ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ ਇਸ ਤਿਕੋਣ ਦੀ ਇਸ ਭੁਜਾ ਦੀ ਲੰਬਾਈ ਦੂਜੀ ਤਿਕੋਣ ਦੀ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਹੈ। ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ EB ਦੀ ਲੰਬਾਈ ਬਰਾਬਰ ਹੈ EC ਦੇ। ਅੱਗੇ ਅਸੀਂ ਇਹ ਵੀ ਜਾਣਦੇ ਹਾਂ ਕਿ BE ਇਸ ਚੱਕਰ ਦਾ ਅਰਧ ਵਿਆਸ ਹੈ ਅਤੇ BC ਵੀ ਇਸ ਚੱਕਰ ਦਾ ਅਰਧ ਵਿਆਸ ਹੈ। ਇਸ ਲਈ BC ਦੀ ਲੰਬਾਈ ਵੀ EB ਦੇ ਬਰਾਬਰ ਹੋਏਗੀ। ਤਾਂ ਇਸ ਦੀ ਲੰਬਾਈ ਅੱਗੇ ਬਰਾਬਰ ਹੋਏਗੀ BC ਦੇ। ਤਾਂ BC ਦੀ ਲੰਬਾਈ ਲਈ ਵੀ ਅਸੀਂ ਇੱਥੇ 3 ਸਲੈਸ਼ ਦੀ ਵਰਤੋਂ ਕਰਦੇ ਹਾਂ। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਇਸ ਬੜੀ ਤ੍ਰਿਭੁਜ BCE ਦੀਆਂ ਤਿੰਨੇ ਭੁਜਾਵਾਂ ਦੀ ਲੰਬਾਈ ਆਪਸ 'ਚ ਬਰਾਬਰ ਹੈ ਅਤੇ ਜਿਸ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇ ਉਸ ਤ੍ਰਿਭੁਜ ਨੂੰ ਅਸੀਂ ਸਮਭੁਜੀ ਤ੍ਰਿਭੁਜ ਆਖਦੇ ਹਾਂ। ਤਾਂ ਹੁਣ ਇੱਥੇ ਤ੍ਰਿਭੁਜ BCE ਸਮਭੁਜੀ ਤ੍ਰਿਭੁਜ ਹੈ, ਸਮਭੁਜੀ ਤ੍ਰਿਭੁਜ ਹੈ। ਹੁਣ ਸਮਭੁਜੀ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਮਾਪ ਬਰਾਬਰ ਹੁੰਦਾ ਹੈ ਅਤੇ 60-60 ਡਿਗਰੀ ਦੇ ਬਰਾਬਰ ਹੁੰਦਾ ਹੈ। ਤਾਂ ਹੁਣ ਇੱਥੇ ਇਸ ਕੋਣ ਦਾ ਮਾਪ ਕੋਣ BEC ਦਾ ਮਾਪ 60 ਡਿਗਰੀ ਦੇ ਬਰਾਬਰ ਹੈ।
ਤਾਂ ਹੁਣ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ ਕੋਣ BEC ਦਾ ਮਾਪ ਹੈ 60 ਡਿਗਰੀ, ਕਿਉਂਕਿ ਇਹ ਇੱਕ ਸਮਭੁਜੀ ਤ੍ਰਿਭੁਜ ਹੈ। ਹੁਣ ਇੱਥੇ ਸਾਨੂੰ ਇਸ ਪੂਰੇ ਕੋਣ ਜਿਸ ਦਾ ਅਸੀਂ ਮਾਪ ਪਤਾ ਕਰਨਾ ਹੈ, ਕੋਣ BED ਦੇ ਇੱਕ ਹਿੱਸੇ ਦਾ ਮਾਪ ਪਤਾ ਲੱਗ ਗਿਆ ਜੋ ਕਿ 60 ਡਿਗਰੀ ਹੈ। ਹੁਣ ਜੇਕਰ ਅਸੀਂ ਇਸ ਹਿੱਸੇ ਦਾ ਮਾਪ ਪਤਾ ਕਰ ਲਈਏ ਅਤੇ ਉਸ ਦੇ ਵਿੱਚ 60 ਡਿਗਰੀ ਜੋੜ ਦਈਏ ਤਾਂ ਇਸ ਪੂਰੇ ਕੋਣ ਦਾ ਮਾਪ ਪਤਾ ਲੱਗ ਜਾਏਗਾ। ਹੁਣ ਅੱਗੇ ਇਸ ਕੋਣ ਦਾ ਮਾਪ ਪਤਾ ਕਰਨ ਦੇ ਲਈ ਅਸੀਂ ਤ੍ਰਿਕੋਣ CED ਦੀ ਵਰਤੋਂ ਕਰਦੇ ਹਾਂ। ਹੁਣ ਇੱਥੇ ਅਸੀਂ ਜਾਣਦੇ ਹਾਂ ਕਿ ABCD ਇੱਕ ਵਰਗ ਹੈ। ABCD ਇੱਕ ਵਰਗ ਹੈ ਅਤੇ ਵਰਗ ਦੀਆਂ ਚਾਰੇ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਇਸ ਲਈ CD ਦੀ ਲੰਬਾਈ ਬਰਾਬਰ ਹੈ BC ਦੇ। ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ CD ਦੀ ਲੰਬਾਈ ਬਰਾਬਰ ਹੈ BC ਦੇ ਅਤੇ ਅਸੀਂ ਪਹਿਲਾਂ ਹੀ ਸਿੱਧ ਕਰ ਚੁੱਕੇ ਹਾਂ ਕਿ BC ਦੀ ਲੰਬਾਈ ਬਰਾਬਰ ਹੈ CE ਦੇ, ਤਾਂ ਇਹ ਅੱਗੇ ਬਰਾਬਰ ਹੈ CE ਦੇ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਤ੍ਰਿਭੁਜ ਦੀ ਭੁਜਾ CE ਅਤੇ ਭੁਜਾ CD ਇਹਨਾਂ ਦੋਨਾਂ ਦੀ ਲੰਬਾਈ ਬਰਾਬਰ ਹੈ। CD ਅਤੇ CE ਇਹਨਾਂ ਦੋਨਾਂ ਦੀ ਲੰਬਾਈ ਬਰਾਬਰ ਹੈ, ਤਾਂ ਇਸ ਭੁਜਾ ਦੀ ਲੰਬਾਈ ਵੀ ਇਸ ਭੁਜਾ ਦੇ ਬਰਾਬਰ ਹੈ। ਹੁਣ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਇੱਕ ਸਮਦੋਭੁਜੀ ਤ੍ਰਿਭੁਜ ਹੈ, ਕਿਉਂਕਿ ਇਸ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੈ। ਅਤੇ ਅੱਗੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਮਦੋਭੁਜੀ ਤ੍ਰਿਭੁਜ ਵਿੱਚ ਬਰਾਬਰ ਭੁਜਾਵਾਂ ਦੇ ਸਾਹਮਣੇ ਵਾਲੇ ਕੋਣਾਂ ਦਾ ਮਾਪ ਬਰਾਬਰ ਹੁੰਦਾ ਹੈ। ਹੁਣ ਇੱਥੇ ਇਸ ਭੁਜਾ ਦੇ ਸਾਹਮਣੇ ਵਾਲਾ ਕੋਣ ਇਹ ਬਣ ਰਿਹਾ ਹੈ ਅਤੇ ਇਸ ਦੇ ਬਰਾਬਰ ਵਾਲੀ ਭੁਜਾ ਇਸ ਭੁਜਾ ਦੇ ਸਾਹਮਣੇ ਵਾਲਾ ਕੋਣ ਇਹ ਕੋਣ ਬਣ ਰਿਹਾ ਹੈ। ਹੁਣ ਇਸ ਤਰ੍ਹਾਂ ਇਸ ਤ੍ਰਿਭੁਜ ਦੇ ਇਹਨਾਂ ਦੋਨਾਂ ਕੋਣਾਂ ਦਾ ਮਾਪ ਬਰਾਬਰ ਹੈ। ਹੁਣ ਇੱਥੇ ਜੇਕਰ ਸਾਨੂੰ ਕਿਸੇ ਤਰ੍ਹਾਂ ਇਸ ਕੋਣ ਦਾ ਮਾਪ ਪਤਾ ਲੱਗ ਜਾਵੇ, ਇਸ ਤ੍ਰਿਭੁਜ ਦੇ ਤੀਸਰੇ ਕੋਣ ਦਾ ਮਾਪ ਪਤਾ ਲੱਗ ਜਾਵੇ, ਤਾਂ ਅਸੀਂ 180 ਡਿਗਰੀ ਦੇ ਵਿੱਚੋਂ ਇਸ ਕੋਣ ਦੇ ਮਾਪ ਨੂੰ ਘਟਾ ਲਵਾਂਗੇ ਅਤੇ ਜੋ ਬਾਕੀ ਬਚੇਗਾ ਉਸ ਨੂੰ 2 ਨਾਲ ਭਾਗ ਕਰਕੇ ਇਸ ਕੋਣ ਦਾ ਮਾਪ ਪਤਾ ਲੱਗ ਜਾਵੇਗਾ ਅਤੇ ਫਿਰ ਇਸ ਕੋਣ ਦੇ ਮਾਪ ਦੇ ਵਿੱਚ 60 ਡਿਗਰੀ ਜੋੜ ਕੇ ਅਸੀਂ ਪੂਰੇ ਕੋਣ ਦਾ ਮਾਪ ਦੱਸ ਸਕਾਂਗੇ। ਹੁਣ ਇੱਥੇ ਸਾਨੂੰ ਪਤਾ ਹੈ ਕਿ ਪੂਰਾ ਕੋਣ 90 ਡਿਗਰੀ ਦਾ ਕੋਣ ਹੈ, ਕਿਉਂਕਿ ਇਹ ਵਰਗ ਦਾ ਕੋਣ ਹੈ। ਹੁਣ ਜੇਕਰ ਸਾਨੂੰ ਇਸ ਕੋਣ ਦਾ ਮਾਪ ਪਤਾ ਹੋਵੇ ਤਾਂ ਅਸੀਂ 90 ਡਿਗਰੀ ਵਿੱਚੋਂ ਇਹ ਕੋਣ ਦਾ ਮਾਪ ਘਟਾ ਕੇ ਇਸ ਕੋਣ ਦਾ ਮਾਪ ਪਤਾ ਕਰ ਲਵਾਂਗੇ। ਹੁਣ ਇਹ ਕੋਣ ਅਸੀਂ ਦੇਖਦੇ ਹਾਂ ਕਿ ਇਹ ਕੋਣ ਤ੍ਰਿਕੋਣ BCE ਦਾ ਕੋਣ ਹੈ ਅਤੇ ਤ੍ਰਿਕੋਣ BEC ਇੱਕ ਸਮਭੁਜੀ ਤ੍ਰਿਕੋਣ ਹੈ, ਜਿਸ ਤੋਂ ਭਾਵ ਕਿ ਇਸ ਦੇ ਤਿੰਨੇ ਕੋਣਾਂ ਦਾ ਮਾਪ 60-60 ਡਿਗਰੀ ਦੇ ਬਰਾਬਰ ਹੋਏਗਾ। ਤਾਂ ਇਸ ਤੋਂ ਭਾਵ ਕਿ ਇਸ ਕੋਣ ਦਾ ਮਾਪ ਵੀ 60 ਡਿਗਰੀ ਹੋਵੇਗਾ। ਕੋਣ BCE ਦਾ ਮਾਪ ਵੀ ਇਸ ਕੋਣ ਦੇ ਬਰਾਬਰ ਹੀ ਹੋਏਗਾ। ਕੋਣ BCE ਇਸ ਤਰ੍ਹਾਂ ਇਸ ਕੋਣ ਦਾ ਮਾਪ ਵੀ 60 ਡਿਗਰੀ ਹੋਵੇਗਾ ਅਤੇ ਇਸ ਕੋਣ ਦਾ ਮਾਪ ਵੀ 60 ਡਿਗਰੀ ਹੋਵੇਗਾ। ਹੁਣ ਇੱਥੇ ਅਸੀਂ ਜਾਣਦੇ ਹਾਂ ਕਿ ਇਸ ਪੂਰੇ ਕੋਣ ਦਾ ਮਾਪ 90 ਡਿਗਰੀ ਹੈ। ਹੁਣ 90 ਡਿਗਰੀ ਦੇ ਵਿੱਚੋਂ 60 ਡਿਗਰੀ ਘਟਾ ਕੇ ਇਸ ਕੋਣ ਦਾ ਮਾਪ ਆ ਜਾਏਗਾ 30 ਡਿਗਰੀ। ਹੁਣ ਇਹ ਸਾਡੇ ਕੋਲ ਕੋਣ ਹੈ 30 ਡਿਗਰੀ। ਹੁਣ ਅੱਗੇ ਅਸੀਂ ਇਸ ਤ੍ਰਿਕੋਣ ਦੇ ਕੋਣਾਂ ਨੂੰ ਹੱਲ ਕਰ ਲੈਂਦੇ ਹਾਂ। ਹੁਣ ਇੱਥੇ ਇਸ ਕੋਣ ਦਾ ਅਸੀਂ ਮਾਪ ਮੰਨ ਲੈਂਦੇ ਹਾਂ x ਡਿਗਰੀ, ਤਾਂ ਇਹ ਵੀ ਇਸ ਦੇ ਬਰਾਬਰ ਹੀ ਕੋਣ ਹੈ, ਤਾਂ ਇਸ ਦਾ ਮਾਪ ਵੀ x ਹੋਏਗਾ। ਤਾਂ ਹੁਣ ਇੱਥੇ ਸਾਡੇ ਕੋਲ ਤ੍ਰਿਕੋਣ ਦੇ ਤਿੰਨ ਕੋਣ ਹਨ x, x ਅਤੇ 30 ਡਿਗਰੀ, ਤਾਂ ਇਹਨਾਂ ਤਿੰਨਾਂ ਦਾ ਜੋੜ ਹੋਏਗਾ 180 ਡਿਗਰੀ ਦੇ ਬਰਾਬਰ। ਤਾਂ ਇੱਥੇ ਅਸੀਂ ਇਸ ਨੂੰ ਹੱਲ ਕਰ ਲੈਂਦੇ ਹਾਂ। x ਜਮਾ x ਜਮਾ 30 ਡਿਗਰੀ ਜਮਾ 30 ਡਿਗਰੀ ਇਹ ਬਰਾਬਰ ਹੈ 180 ਡਿਗਰੀ ਦੇ। ਹੁਣ ਇਹਨਾਂ ਨੂੰ ਜੋੜ ਕਰ ਲੈਂਦੇ ਹਾਂ। x ਵਿੱਚ x ਜੋੜਾਂਗੇ ਤਾਂ ਇਹ ਹੋ ਗਿਆ 2x ਜਮਾ 30 ਡਿਗਰੀ ਬਰਾਬਰ 180 ਡਿਗਰੀ। ਹੁਣ ਇੱਥੇ ਦੋਨੋਂ ਪਾਸੋਂ ਅਸੀਂ 30 ਡਿਗਰੀ ਘਟਾ ਲਵਾਂਗੇ ਤਾਂ ਸਾਡੇ ਕੋਲ ਖੱਬੇ ਹੱਥ ਵੱਜ ਜਾਏਗਾ 2x ਅਤੇ ਸੱਜੇ ਪਾਸੇ 180 ਡਿਗਰੀ ਦੇ ਵਿੱਚੋਂ 30 ਡਿਗਰੀ ਘਟਾ ਕੇ ਸਾਡੇ ਕੋਲ ਵੱਜ ਜਾਣਗੇ 150 ਡਿਗਰੀ। ਹੁਣ ਇੱਥੇ ਦੋਨੋਂ ਪਾਸੋਂ ਅਸੀਂ 2 ਨਾਲ ਭਾਗ ਕਰ ਲਵਾਂਗੇ। 2x ਨੂੰ 2 ਨਾਲ ਭਾਗ ਕਰਾਂਗੇ ਤਾਂ ਇੱਥੇ ਰਹਿ ਜਾਏਗਾ x ਬਰਾਬਰ 150 ਨੂੰ 2 ਨਾਲ ਭਾਗ ਕਰਾਂਗੇ 75 ਡਿਗਰੀ। ਤਾਂ ਇਸ ਤਰ੍ਹਾਂ ਇਸ ਕੋਣ ਦਾ ਮਾਪ ਸਾਡੇ ਕੋਲ ਆ ਗਿਆ 75 ਡਿਗਰੀ। ਤਾਂ ਇੱਥੇ ਅਸੀਂ ਪੂਰਾ ਕੋਣ BED ਦੋ ਭਾਗਾਂ ਦੇ ਵਿੱਚ ਵੰਡ ਲਿਆ ਸੀ। ਇੱਕ ਸੀ ਕੋਣ BEC ਅਤੇ ਦੂਜਾ ਕੋਣ ਹੈ DEC। ਕੋਣ BEC ਦਾ ਮਾਪ 60 ਡਿਗਰੀ ਹੈ ਅਤੇ ਕੋਣ CED ਦਾ ਮਾਪ 75 ਡਿਗਰੀ ਹੈ। ਇਹਨਾਂ ਦੋਨਾਂ ਕੋਣਾਂ ਨੂੰ ਜੋੜ ਕੇ ਅਸੀਂ ਪੂਰੇ ਕੋਣ ਦਾ ਮਾਪ ਪਤਾ ਕਰ ਲਵਾਂਗੇ। ਤਾਂ ਇੱਥੇ ਅਸੀਂ ਕੋਣ BED ਦਾ ਮਾਪ ਆ ਜਾਏਗਾ 60 ਡਿਗਰੀ ਜਮਾ 75 ਡਿਗਰੀ ਤੇ ਬਰਾਬਰ ਹੋ ਗਿਆ 135 ਡਿਗਰੀ। ਇਸ ਤਰ੍ਹਾਂ ਅਸੀਂ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਰਕੇ ਇਸ ਪੂਰੇ ਕੋਣ BED ਦਾ ਮਾਪ ਪਤਾ ਕਰ ਲਿਆ।